ਤਾਂ ਪੇਪਰ ਤੁਸੀਂ ਚਾਹੇ ਐਕਸਾਈਜ਼ ਦਾ ਦੇਣਾ ਚਾਹੇ ਪਟਵਾਰੀ ਦਾ ਦੇਣਾ, मतलब बैंक ਦਾ नहीं देना ਜਾਂ ਕੋਈ ਪਾਰਟਿਕੂਲਰ ਇੰਸ਼ੋਰੈਂਸ ਦਾ नहीं देना, ਫਿਰ ਵੀ ਤੁਹਾਨੂੰ ਇਹ ਬੇਸਿਕ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ਜਿਹੜੀਆਂ ਆਪਣੀਆਂ ਬੇਸਿਕ ਇਸ ਤਰ੍ਹਾਂ ਦੀਆਂ ਬੋਡੀਜ਼ ਨੇ ਇੰਡੀਆ ਦੇ ਵਿੱਚ, ਉਹ ਸਾਰੀਆਂ ਤੁਹਾਨੂੰ ਉਹਨਾਂ ਦਾ ਬੇਸਿਕ ਤਾਂ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਤਾਂ ਕੀ ਪਤਾ ਹੋਣਾ ਚਾਹੀਦਾ ਹੈ? ਅੱਜ ਜਿਹੜਾ ਹੈਗਾ ਥੋੜੀ ਜਿਹੀਆਂ ਆਪਣੀਆਂ ਹੈਗੀਆਂ ਨੇ, ਸਾਰੀਆਂ ਆਪਾਂ ਪੜਾਂਗੇ। ਇੰਨਾ ਜ਼ਰੂਰ ਪੜ੍ਹ ਕੇ ਜਾਇਓ, ਚਾਹੇ PSSB ਦਾ ਪੇਪਰ ਹੈ ਚਾਹੇ PPSC ਦਾ ਪੇਪਰ ਹੈ, ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਪੜ੍ਹ ਕੇ ਜ਼ਰੂਰ ਜਾਇਆ ਕਰੋ। ਬਹੁਤ ਹੀ ਬੇਸਿਕ ਇਨਫੋਰਮੇਸ਼ਨ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ RBI। RBI ਦਾ ਫੁੱਲ ਫਾਰਮ ਰਿਜ਼ਰਵ ਬੈਂਕ ਆਫ ਇੰਡੀਆ। ਜਿੰਨੇ ਵੀ ਬੈਂਕਸ ਨੇ, ਚਾਹੇ ਗਵਰਨਮੈਂਟ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਜਿਹੜੇ ਮਰਜ਼ੀ ਨੇ, ਸਾਰਿਆਂ ਨੂੰ ਰੈਗੂਲੇਟ, ਸਾਰਿਆਂ ਦੀ ਮੇਨ ਬੋਡੀ ਕਿਹੜੀ ਹੈਗੀ ਹੈ ਜੀ? ਸਾਰਿਆਂ ਨੂੰ ਪਤਾ ਹੈ RBI। RBI ਐਕਟ 1934, RBI ਬਣਿਆ 1 ਅਪ੍ਰੈਲ 1935। 1949 ਦੇ ਵਿੱਚ ਨੈਸ਼ਨਲਾਈਜ਼ ਹੋਇਆ। RBI ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈਗਾ। RBI ਦਾ ਇਸ ਟਾਈਮ ਤੇ ਗਵਰਨਰ 25ਵਾਂ, ਠੀਕ ਹੈ ਜੀ, ਸ਼ਕਤੀ ਕਾਂਤਾ ਦਾਸ। ਕਿੰਨਵਾਂ ਹੈਗਾ ਉਹ ਵੀ ਪਤਾ ਹੋਣਾ ਚਾਹੀਦਾ। ਤਾਂ ਇੰਨੀ ਕੁ ਬੇਸਿਕ ਨੌਲੇਜ। ਉਸ ਤੋਂ ਬਾਅਦ RBI ਦੇ ਵਿੱਚ ਇੱਕ ਗਵਰਨਰ ਹੁੰਦਾ, 4 ਡਿਪਟੀ ਗਵਰਨਰਸ ਹੁੰਦੇ ਨੇ। ਜੇ ਡਿਪਟੀ ਗਵਰਨਰ ਰੀਸੈਂਟਲੀ ਬਣੇ ਹੋਣ, ਜਦੋਂ ਤੁਸੀਂ ਪੇਪਰ ਦੇਣ ਜਾ ਰਹੇ ਹੋ ਤਾਂ ਪੜ੍ਹ ਜਾਓ, ਨਹੀਂ ਤਾਂ ਰਹਿਣ ਦਿਓ। ਬਸ ਇੰਨੀ ਕੁ ਇਨਫੋਰਮੇਸ਼ਨ। ਉਸ ਤੋਂ ਬਾਅਦ ਜਿਹੜਾ ਇਹਦਾ ਪਹਿਲਾ ਗਵਰਨਰ ਸੀਗਾ ਉਹਦਾ ਨਾਮ ਸੀਗਾ ਔਸਬੋਰਨ ਸਮਿਥ, ਤੇ ਜਿਹੜਾ ਇੰਡੀਅਨ ਪਹਿਲਾ ਸੀਗਾ ਉਹਦਾ ਨਾਮ ਸੀਗਾ CD ਦੇਸ਼ਮੁਖ। ਹੁਣ CD ਦੇਸ਼ਮੁਖ ਨੂੰ ਲੈ ਕੇ ਰੀਸੈਂਟਲੀ ਕਰੰਟ ਅਫੇਅਰ ਸੀਗਾ, ਕਿਹੜਾ ਸੀਗਾ ਉਹ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ। ਜਿਸ ਤਰ੍ਹਾਂ ਸਾਰੇ ਬੈਂਕਾਂ ਦਾ ਸੁਪਰਵਿਜ਼ਨ, ਰੈਗੂਲੇਸ਼ਨ, ਨੋਰਮਸ, ਕੰਡੀਸ਼ਨ RBI ਬਣਾਉਂਦੀ ਹੈ, ਉसी तरह सारिया इंश्योरेंस कंपनीज, चाहे वो प्राइवेट ने चाहे वो गवर्नमेंट ने, उन्होंने कौन करता जी? इंश्योरेंस रेगुलेटरी डेवलपमेंट अथॉरिटी ऑफ इंडिया रेगुलेट करती है। तो ये पता होना चाहिए। ਇਹਦਾ ਹੈੱਡਕੁਆਟਰ ਕਿੱਥੇ ਹੈਗਾ? हैदराबाद ਦੇ ਵਿੱਚ ਹੈਗਾ। ਇਹਦਾ ਤੁਸੀਂ ਈਅਰ ਜਿਹੜਾ ਹੈਗਾ ਫਾਊਂਡਿੰਗ ਈਅਰ ਛੱਡ ਸਕਦੇ ਹੋ, ਪਰ ਇਹਦਾ ਐਟਲੀਸਟ ਤੁਸੀਂ ਹੈੱਡਕੁਆਟਰ ਤੇ ਇਹਦਾ ਜਿਹੜਾ ਹੈਗਾ ਚੇਅਰਪਰਸਨ ਰੀਸੈਂਟਲੀ ਜਿਹੜਾ ਹੈਗਾ ਉਹ ਜ਼ਰੂਰ ਪੜ੍ਹ ਕੇ ਜਾਏ। देखो ਜਿਹੜਾ ਇਸ ਤਰ੍ਹਾਂ ਦਾ ਡਾਟਾ ਆਪਾਂ ਡਿਸਕਸ ਕਰਦੇ ਆ, ਉਹ ਆਬਵੀਅਸਲੀ ਜਦੋਂ ਤੁਸੀਂ ਪੇਪਰ ਦੇਣ ਜਾ ਰਹੇ ਹੋ ਸਕਦਾ ਉਦੋਂ ਚੇਂਜ ਹੋ ਜੇ, ਤਾਂ ਜ਼ਰੂਰ ਇੱਕ ਵਾਰ ਰੀਸੈਂਟ ਦੇਖ ਕੇ ਜਾਇਆ ਕਰੋ। ਇਹ ਨਹੀਂ ਵੀ ਨੋਟਸ ਤੁਸੀਂ ਪੁਰਾਣੇ ਪੜ੍ਹ ਕੇ ਜਾ ਰਹੇ ਹੋ, ਆਬਵੀਅਸਲੀ ਇਹ ਚੇਂਜ ਹੁੰਦੇ ਰਹਿੰਦੇ ਆ ਚੇਅਰਪਰਸਨ। ਇਹਦੇ ਵਿੱਚ ਤੁਹਾਨੂੰ ਆਈਡੀਆ ਇਹ ਹੈਗਾ ਕਿ ਤੁਹਾਨੂੰ IRDAI ਦਾ ਇੰਨਾ ਕੁ ਡਾਟਾ ਜ਼ਰੂਰ ਪਤਾ ਹੋਣਾ ਚਾਹੀਦਾ। ਜਦੋਂ ਵੀ ਤੁਸੀਂ ਪੇਪਰ ਦੇਣ ਜਾ ਰਹੇ ਹੋ, ਜੇ ਤੁਸੀਂ ਸਤੰਬਰ 'ਚ ਪੇਪਰ ਦੇਣ ਜਾਣਾ, ਜੂਨ 'ਚ ਜਾਣਾ, ਤਾਂ ਇਹ ਚੀਜ਼ਾਂ ਜ਼ਰੂਰ ਪੜ੍ਹ ਕੇ ਜਾਇਓ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਆਰਟੀਕਲ ਪਤਾ ਹੋਣਾ ਚਾਹੀਦਾ 324। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਆਰਟੀਕਲ ਬਹੁਤ ਇੰਪੋਰਟੈਂਟ ਹੈ। ਦੇਸ਼ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨਸ ਹੁੰਦੀਆਂ ਨੇ, ਚਾਹੇ ਲੋਕ ਸਭਾ ਦੀਆਂ, ਚਾਹੇ ਰਾਜ ਸਭਾ ਦੀਆਂ, ਚਾਹੇ ਵਿਧਾਨ ਸਭਾ ਦੀਆਂ, ਵਿਧਾਨ ਪ੍ਰੀਸ਼ਦ ਦੀਆਂ, ਸਾਰੀਆਂ ਜਿਹੜੀਆਂ ਹੈਗੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਕਰਾਈਆਂ ਜਾਂਦੀਆਂ ਨੇ। ਹਾਂ, ਜਿਹੜੀ ਆਪਣੀ ਲੋਕਲ ਗਵਰਨਮੈਂਟ ਹੈਗੀ ਆ ਉਹਦੀਆਂ ਕੌਣ ਕਰਾਉਂਦਾ? ਸਟੇਟ ਇਲੈਕਸ਼ਨ ਕਮਿਸ਼ਨ ਕਰਾਉਂਦਾ। ਇਲੈਕਸ਼ਨ ਕਮਿਸ਼ਨ ਦੇ ਵਿੱਚ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ, 2 ਦੂਜੇ ਹੁੰਦੇ ਨੇ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ, ਮਤਲਬ 3 ਬੰਦੇ ਹੁੰਦੇ ਨੇ। ਤਿੰਨਾਂ ਦੀ ਪਾਵਰਸ ਰਿਸਪੌਂਸਿਬਿਲਿਟੀਜ਼ ਆਲਮੋਸਟ ਸੇਮ ਹੁੰਦੀ ਹੈ। ਇਸ ਟਾਈਮ ਦੇ ਉੱਤੇ ਚੀਫ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਹੈ। ਫਿਰ ਉਹੀ ਚੀਜ਼ ਜਦੋਂ ਤੁਸੀਂ ਪੇਪਰ ਦੇਣ ਜਾਓਗੇ, ਹੋ ਸਕਦਾ ਉਦੋਂ ਚੇਂਜ ਵੀ ਹੋ ਜੇ, ਤਾਂ ਰੀਸੈਂਟ ਪੜ੍ਹ ਕੇ ਜਾਇਓ। ਇਹਨਾਂ ਦਾ ਜਿਹੜਾ ਟਰਮ ਲੈਂਥ ਹੁੰਦਾ, ਦੇਖੋ ਜਿਹੜੀ ਟਰਮ ਲੈਂਥ ਹੈਗੀ ਆ, ਜਾਂ ਤਾਂ ਅਪ ਟੂ 6 ਇਅਰਸ ਜਾਂ ਫਿਰ 65 ਇਅਰਸ, ਜਿਹੜੀ ਵੀ ਚੀਜ਼ ਪਹਿਲਾਂ ਹੋਏਗੀ। ਮੰਨ ਲਓ ਜੇ 63 ਇਅਰਸ ਦੀ ਏਜ 'ਚ ਬੰਦੇ ਨੇ ਜੁਆਇਨ ਕੀਤਾ, ਫਿਰ ਤਾਂ 6 ਸਾਲ ਉਹ ਨਹੀਂ ਕਰ ਸਕਦਾ, ਫਿਰ ਤਾਂ 2 ਸਾਲ ਬਾਅਦ ਹੀ ਰਿਟਾਇਰ ਹੋਣਾ ਪਏਗਾ। ਉਸ ਤੋਂ ਬਾਅਦ ਜਿਹੜਾ ਹੈਗਾ ਸਭ ਤੋਂ ਪਹਿਲਾ ਸੀਗਾ, ਉਹਦਾ ਨਾਮ ਸੀਗਾ ਸੁਕੁਮਾਰ ਸੇਨ। ਤਾਂ ਪਹਿਲੀ ਵੂਮਨ ਦਾ ਨਾਮ ਸੀਗਾ VS ਰਾਮਦੇਵੀ। ਤਾਂ ਇੰਨੀ ਕੀ ਇਨਫੋਰਮੇਸ਼ਨ ਜ਼ਰੂਰ ਪੜ੍ਹ ਕੇ ਜਾਇਓ, ਚਾਹੇ ਜਿਹੜਾ ਮਰਜ਼ੀ ਪੇਪਰ ਹੈ। ਕੈਗ ਬਾਰੇ ਤਾਂ ਸਾਰੇ ਜਾਣਦੇ ਹੋ ਜੀ, ਤਾਂ ਇਹਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ। ਆਰਟੀਕਲ 148 ਬਹੁਤ ਇੰਪੋਰਟੈਂਟ ਹੈ ਜੀ ਆਰਟੀਕਲ। ਇਸ ਟਾਈਮ ਤੇ ਆਪਣਾ GC ਮੁਰਮੁਰੂ ਪਤਾ ਹੋਣਾ ਚਾਹੀਦਾ, ਤੇ ਇਹਨਾਂ ਦੀ ਟਰਮ ਵੀ ਸੇਮ ਹੈ, ਹੈੱਡਕੁਆਟਰ ਨਿਊ ਦਿੱਲੀ। ਉਸ ਤੋਂ ਬਾਅਦ ਹੈਗਾ ਜੀ RBI ਆਪਣਾ ਹੋ ਗਿਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋ ਗਿਆ ਜੀ। ਦੈਨ ਨੀਤੀ ਆਯੋਗ। ਤਾਂ ਨੀਤੀ ਦੀ ਫੁੱਲ ਫਾਰਮ ਹੀ ਸਭ ਤੋਂ ਇੰਪੋਰਟੈਂਟ ਹੈ, ਬਹੁਤ ਹੀ ਰਿਪੀਟ ਹੋ ਰਹੀ ਹੈ ਕੁਝ ਸਾਲਾਂ 'ਚ, ਪਿਛਲੇ 3-4 ਸਾਲਾਂ 'ਚ ਪਤਾ ਹੀ ਨਹੀਂ ਕਿੰਨੀ ਵਾਰ ਇਹ ਫੁੱਲ ਫਾਰਮ ਆ ਚੁੱਕੀ ਹੈ ਪੇਪਰਾਂ ਦੇ ਵਿੱਚ। ਤਾਂ ਇੰਸਟੀਟਿਊਸ਼ਨ ਹੈ, I ਤੋਂ ਇੰਸਟੀਟਿਊਸ਼ਨ, ਟਿਊਸ਼ਨ ਇੰਸਟੀਟਿਊਸ਼ਨ, ਬਹੁਤ ਇੰਪੋਰਟੈਂਟ ਹੈ। ਜ਼ਿਆਦਾਤਰ ਇਹਦੇ ਵਿੱਚ I ਦਾ ਹੀ ਮਤਲਬ ਪੁੱਛਿਆ ਹੁੰਦਾ। 1 ਜਨਵਰੀ 2015 ਨੂੰ ਬਣਾਈ ਗਈ ਸੀ, ਇਹ ਵੀ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਚੇਅਰਪਰਸਨ ਹਮੇਸ਼ਾ ਮੋਦੀ ਜੀ ਮਤਲਬ PM ਹੋਏਗਾ। ਉਸ ਤੋਂ ਬਾਅਦ ਜਿਹੜਾ ਹੈਗਾ ਵਾਈਸ ਚੇਅਰਪਰਸਨ CEO,
ਚੇਂਜ ਹੁੰਦੇ ਰਹਿੰਦੇ ਆ। ਤਾਂ CEO 3 ਨੇ ਅਲਫਾਬੈਟਸ, BVR 3 ਨੇ ਅਲਫਾਬੈਟਸ। ਤਾਂ ਇਸ ਟਾਈਮ ਤੇ CEO BVR ਸੁਬਰਾਮਨਿਅਮ, ਤਾਂ ਇੱਥੇ ਜਿਹੜਾ ਹੈਗਾ ਚੇਂਜ ਹੋ ਚੁੱਕਿਆ। ਉਸ ਤੋਂ ਬਾਅਦ ਵਾਈਸ ਚੇਅਰਪਰਸਨ ਸੁਮਨ ਬੈਰੀ ਹੈ। ਤਾਂ ਇਹ ਤਿੰਨੋਂ ਪਤਾ ਹੋਣੇ ਚਾਹੀਦੇ ਨੇ, ਐਟਲੀਸਟ ਇੰਨੀ ਕੀ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕੀ ਸਿਸਟਮ ਸੀਗਾ, 2012 ਤੋਂ ਲੈ ਕੇ 2017 ਤੱਕ ਕੀ ਹੋਇਆ ਸੀਗਾ, ਉਹ ਤੁਸੀਂ ਕਮੈਂਟਸ ਦੇ ਵਿੱਚ ਦੱਸੋਗੇ। ਉਸ ਟਾਈਮ ਤੇ ਮੌਂਟੇਕ ਸਿੰਘ ਆਲੂਵਾਲੀਆ ਕੌਣ ਸੀਗੇ, ਇਹ ਵੀ ਤੁਸੀਂ ਦੱਸੋਗੇ। ਚਲੋ ਹੁਣ ਇਸ ਤੋਂ ਬਾਅਦ ਨੀਤੀ ਆਯੋਗ ਤੋਂ ਬਾਅਦ ਹੈਗਾ ਨਬਾਰਡ। ਤਾਂ ਜਿੰਨੇ ਵੀ RRB ਨੇ, ਰੀਜਨਲ ਰੂਰਲ ਬੈਂਕਸ ਨੇ, ਠੀਕ ਹੈ, ਜਾਂ ਫਿਰ ਕਹ ਲਓ ਰੂਰਲ ਏਰੀਆਜ਼ ਦੇ ਵਿੱਚ ਫੈਸਿਲਿਟੀਜ਼ ਪ੍ਰੋਵਾਈਡ ਕਰਨਾ, ਉਹਨਾਂ ਦੀ ਲਾਈਫ ਨੂੰ ਐਨਹਾਂਸ ਕਰਨਾ, ਜਿਹੜੇ ਉੱਥੇ ਲੋਕ ਰਹਿੰਦੇ ਨੇ, ਤਾਂ ਉਹਦਾ ਕੰਮ ਦਿੱਤਾ ਹੋਇਆ ਨਬਾਰਡ ਨੂੰ। ਅੱਗੇ RRB ਰੀਜਨਲ ਰੂਰਲ ਬੈਂਕਸ। ਤਾਂ ਨੈਸ਼ਨਲ ਬੈਂਕ ਫॉर ਐਗਰੀਕਲਚਰ ਰੂਰਲ ਐਂਡ ਡਿਵੈਲਪਮੈਂਟ, ਇਹਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਜਿਹੜੀ ਮੋਸਟ ਰਿਪੀਟਡ ਹੈਗੀ ਹੈ ਚੀਜ਼, ਉਹ ਹੈਗੀ ਹੈ 12 ਜੁਲਾਈ 1982। ਤਾਂ 12 ਜੁਲਾਈ 1982 ਇਹ ਵੀ ਬਹੁਤ ਇੰਪੋਰਟੈਂਟ ਹੈ ਵੀ। ਇਹਦਾ ਜਿਹੜਾ ਹੈਗਾ ਸਿਵਾਰਮਨ ਕਮੇਟੀ ਜਿਹਦੇ ਨਾਲ ਇਹ ਬਣੀ ਸੀ, ਉਹ ਵੀ ਪਤਾ ਹੋਣਾ ਚਾਹੀਦਾ। ਇਸ ਟਾਈਮ ਤੇ ਇਹਨਾਂ ਦੇ ਰੀਸੈਂਟਲੀ ਪਿਛਲੇ ਸਾਲ ਚੇਂਜ ਹੋਏ ਨੇ, ਸ਼ਾਜੀ KV। ਤਾਂ ਚੇਅਰਮੈਨ ਵੀ ਪਤਾ ਹੋਣਾ ਚਾਹੀਦਾ। ਹੈਡਕੁਆਟਰ ਇਹਨਾਂ ਦੇ ਵੀ ਮੁੰਬਈ ਦੇ ਵਿੱਚ ਨੇ, ਪਤਾ ਹੋਣਾ ਚਾਹੀਦਾ। ਇਸਰੋ ਬਾਰੇ ਤੁਹਾਨੂੰ ਜਿਹੜਾ ਹੈਗਾ ਹੈਡਕੁਆਟਰ ਪਤਾ ਹੋਣਾ ਚਾਹੀਦਾ, ਇਹ ਤੁਸੀਂ ਇਗਨੋਰ ਕਰ ਸਕਦੇ ਹੋ। S ਸੋਮਨਾਥ ਜੀ ਇਹਨਾਂ ਦੇ ਚੀਫ ਨੇ, ਇਹ ਵੀ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਇਹ ਹੈਗਾ ਆਪਣਾ ਇਸਰੋ। DRDO ਬਾਰੇ ਇਹ ਚੀਜ਼ ਇਗਨੋਰ ਕਰ ਸਕਦੇ ਹੋ, ਹੈਡਕੁਆਟਰ ਨਿਊ ਦਿੱਲੀ, ਚੇਅਰਮੈਨ ਸਮੀਰ V ਕਾਮਤ। ਦੈਨ BCCI। ਤਾਂ BCCI ਦੇ ਵਿੱਚ ਪ੍ਰੈਜ਼ੀਡੈਂਟ ਰੀਸੈਂਟਲੀ ਚੇਂਜ ਹੋਇਆ, ਪਹਿਲਾਂ ਸੌਰਵ ਗੰਗੂਲੀ ਸੀਗੇ, ਤਾਂ ਹੁਣ ਰੋਜਰ ਬਿੰਨੀ ਨੇ। ਦੈਨ ਜੇ ਸ਼ਾਹ ਸੈਕਟਰੀ। ਉਸ ਤੋਂ ਬਾਅਦ ਹੈਡਕੁਆਟਰ ਮੁੰਬਈ ਦੇ ਵਿੱਚ। ਤਾਂ ਇਹ ਵੀ ਇੰਪੋਰਟੈਂਟ ਹੈ, ਫੁੱਲ ਫਾਰਮ ਵੀ ਇੰਪੋਰਟੈਂਟ ਹੈ, ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ। SEBI ਤਾਂ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। 12 ਅਪ੍ਰੈਲ 1992। ਤਾਂ ਉੱਥੇ 1982 ਸੀਗਾ, ਡੇਟ ਉੱਥੇ 12 ਹੀ ਸੀਗੀ, ਪਰ ਉੱਥੇ 1982 ਸੀਗਾ। ਦੈਨ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਰੰਟ ਅਫੇਅਰ ਦੇ ਵਿਦ ਰਿਸਪੈਕਟ ਟੂ। ਤਾਂ ਐਕਸੈਪਸ਼ਨ ਹੈ, ਪਹਿਲੀ ਵਾਰ ਵੂਮਨ ਚੇਅਰਮੈਨ ਬਣੀ ਇਹਨਾਂ ਦੀ। ਤਾਂ ਇਹਨਾਂ ਦਾ ਨਾਮ ਬਹੁਤ ਇੰਪੋਰਟੈਂਟ ਹੈ, ਯਾਦ ਰੱਖਿਓ, ਠੀਕ ਹੈ ਜੀ। ਤਾਂ ਇੰਨੀ ਕੁ ਚੀਜ਼ ਹੈਗੀ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਤੁਸੀਂ ਬੇਸਿਕ ਜਿਹੜਾ ਹੈਗਾ ਸਿਡਬੀ ਬਾਰੇ ਦੱਸ ਦਿਓ ਕਮੈਂਟਸ ਦੇ ਵਿੱਚ, ਕਿਉਂਕਿ ਉਹਨਾਂ ਦਾ ਹੈਡਕੁਆਟਰ ਥੋੜੀ ਜਿਹੀ ਡਿਫਰੈਂਟ ਲੋਕੇਸ਼ਨ ਤੇ ਹੈ, ਠੀਕ ਹੈ ਜੀ। ਤਾਂ ਉਹ ਵੀ ਇੰਪੋਰਟੈਂਟ ਹੈ। ਤਾਂ ਮੈਂ ਉਮੀਦ ਕਰਦਾ ਤੁਹਾਨੂੰ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ, ਵੀਡੀਓ ਪਸੰਦ ਆਈ ਹੋਏਗੀ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਮੈਂਟਸ ਦੇ ਵਿੱਚ ਜਾ ਕੇ ਟੈਲੀਗ੍ਰਾਮ ਚੈਨਲ ਦਾ ਲਿੰਕ ਪੇ ਜੁਆਇਨ ਕਰ ਸਕਦੇ ਹੋ। ਇਸ ਤਰ੍ਹਾਂ ਦਾ ਉੱਥੇ ਟੂ ਦਾ ਪੁਆਇੰਟ ਅਪ ਟੂ ਡੇਟ ਡਾਟਾ ਟਾਈਮ ਟੂ ਟਾਈਮ ਅਪਡੇਟ ਹੁੰਦਾ ਰਹਿੰਦਾ ਹੈ। ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ PDF ਅਵੇਲੇਬਲ ਹੈਗੀਆਂ ਨੇ ਸੰਧੀ ਸਟੱਡੀ ਸੋਲੂਸ਼ਨ ਐਪ ਦੇ ਉੱਤੇ। ਤਾਂ ਫ੍ਰੀ ਆਫ ਕਾਸਟ ਪਿਆ, ਤੁਸੀਂ ਉਹ ਅਵੇਲ ਕਰ ਸਕਦੇ ਹੋ। ਬਾਕੀ ਜਿਹੜਾ ਹੈਗਾ ਜੀ ਸਹੀ ਟਾਈਮ ਤੇ ਸਹੀ ਪੜ੍ਹਦੇ ਰਹੋ, ਸਹੀ ਰਿਜ਼ਲਟਸ ਬਹੁਤ ਜਲਦੀ ਮਿਲ ਜਾਣਗੇ। ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।